ਲੰਮੀ ਧੌਣ ਹੋਏਗੀ, ਚੰਮ ਪਤਲਾ, ਪੁੱਛ ਲੰਮੀ, ਕੁੰਡੇ ਸੋਹਣੇ ਸਿੰਘ ਹੋਣ ਦੇ। ਅੱਛਾ। ਥਣ ਚੱਡਾ ਉਹਦਾ ਸੋਹਣਾ ਹੋਏਗਾ। ਅੱਛਾ। ਤੇ ਉਹ ਤੁਹਾਨੂੰ ਆਪੀ ਵੱਖਰੀ ਲੱਭ ਪਏਗੀ ਜਿਹੜੀ ਇਹ ਮੀਏ ਚੰਨੂ ਦੀ ਮੈਂ ਵੇ, ਯਾਨੀ ਇਹ ਨੀਲੀ ਦੀ ਮੈਂ ਹੈ। ਤੇ ਉਹ ਤੁਹਾਨੂੰ ਉਹਦਾ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਏਗਾ। ਜਿਹੜੀਆਂ ਇੱਥੋਂ ਦੀਆਂ ਦੇਸੀ ਮਈਆਂ ਨੇ ਨਾ, ਉਹਨਾਂ ਦਾ ਪਤਾ ਤੁਹਾਨੂੰ ਲੱਗ ਜਾਏਗਾ ਕਿ ਇਹ ਮਈ ਜਿਹੜੀ ਹੈ ਉਹਦੇ ਵਿੱਚ ਮਈ ਵਿੱਚ ਆਈ ਵਿੱਚ ਫਰਕ ਤੁਹਾਨੂੰ ਆਪੇ ਹੀ ਨਜ਼ਰ ਆਏਗਾ। ਇੱਥੋਂ ਦੀਆਂ ਮਈਆਂ ਨੇ ਜਿਹੜੇ ਚੰਮ ਮੋਟੇ ਹੁੰਦੇ ਨੇ, ਹੁਣ ਉੱਥੋਂ ਦੀ ਮੈਂ ਤੇ ਇੱਥੋਂ ਦੀ ਮੱਝ ਵਿੱਚ ਫਰਕ ਕੋਈ ਨਹੀਂ ਰਿਹਾ। ਕਿਉਂਕਿ ਇੱਥੇ ਆਈਆਂ ਨੇ, ਇੱਥੇ ਹੁਣ ਕੱਟੀਆਂ ਉਹਨਾਂ ਮਈਆਂ ਦੀਆਂ ਲੋਕਾਂ ਨੇ ਆਪਣੀਆਂ ਨਸਲਾਂ ਉਹ ਹੀ ਤਿਆਰ ਕਰ ਲਈਆਂ ਨੇ, ਸਿਰਫ ਝੋਟਿਆਂ ਦਾ ਕੋਈ ਫਰਕ ਹੋਣਾ। ਉਹਨਾਂ ਲੋਕਾਂ ਦੇ ਝੋਟੇ ਜਿਹੜੀ ਨਸਲ ਹੈ ਉਹ ਪੁਰਾਣੀ ਜਿਹੜੀ ਉਹਨਾਂ ਦੀ ਨਸਲ ਹੈ ਉਹਨਾਂ ਦੇ ਕੋਲ ਹੋਵੇ, ਉਹ ਮਈਆਂ ਜਿਹੜੀਆਂ ਨੇ ਉਹਨਾਂ ਦਾ ਉਹ ਵੱਖਰੀਆਂ ਹੀ ਪਈਆਂ ਲੱਭਣ ਦੀਆਂ। ਸਾਡੇ ਲੋਕ ਇਸ ਗੱਲ ਦਾ ਇੰਨਾ ਨਹੀਂ ਕੋਈ ਵੀ ਕਰਦੇ ਕਿ ਮਸਲਨ ਇਹ ਝੋਟਾ ਘਰ ਦਾ ਰੱਖੀਏ ਜਾਂ ਉਹ ਉਸੇ ਨਸਲ ਦੇ ਵਿੱਚ ਉਹ ਮੈਂ ਮਿੱਠੀ ਤਰ੍ਹਾਂ ਹੋ ਜਾਂਦੀ ਹੈ ਨਾ। ਇਹ ਸਾਡੀਆਂ ਮਈਆਂ ਤੋਂ ਨਾ ਮਈਆਂ ਜੇ ਫਰਕ ਹੋ ਜਾਂਦਾ। ਹੋਰ ਹੁਣ ਉਹ ਪੁਰਾਣੀਆਂ ਜਿਹੜੀਆਂ ਦੇਸੀ ਮਈਆਂ ਹੁਣ ਉਹ ਨਹੀਂ ਰਹੀਆਂ। ਮਿੱਠੀ ਤੋਂ ਕੀ ਮੁਰਾਦ ਲੈਂਦੇ ਹੋ? ਯਾਨੀ ਕੌੜੀ ਮੈਂ ਉਹਨਾਂ ਦਾ ਇਹ ਹੀ ਹੁੰਦਾ ਕਿ ਨੀਲੀ ਦੀਆਂ ਮਈਆਂ ਜਿਹੜੇ ਲੋਕ ਜਿਹੜੇ ਉਹ ਰੱਖਦੇ ਨੇ ਨਾ, ਉਹ ਇਹ ਵੇ ਕਿ ਉਹਨਾਂ ਟੱਪਣਾ ਨਹੀਂ, ਉਹ ਉਹਦੇ ਦੋਵੇਂ ਟਾਈਮ ਟਿਕ ਕੇ ਮਿਲਣ ਦੀਆਂ। ਉਹਨਾਂ ਦਾ ਥਣ ਚੁਆ ਜਿਹੜੀਆਂ ਹੁਣ ਇੱਥੋਂ ਦੀਆਂ ਜਿਹੜੀਆਂ ਮਈਆਂ ਹੁੰਦੀਆਂ ਵਿੱਚ ਕੱਟਿਆ ਜਿਹੜਾ ਦੇਸੀ ਦਾ ਫਰਕ ਹੋਏਗਾ, ਇੱਥੋਂ ਦੀਆਂ ਪੈਦਾ ਹੁੰਦੀਆਂ ਉਹ ਜਿਹੜੀਆਂ ਇੱਥੋਂ ਦਾ ਉਹਨਾਂ ਵਿੱਚ ਇਹ ਫਰਕ ਹੋਣਾ ਕਿ ਉਹ ਚੌਥੇ ਮਹੀਨੇ ਤੀਸਰੇ ਮਹੀਨੇ ਫਿਰ ਉਹ ਜਿਹੜੀਆਂ ਹੁੰਦੀਆਂ ਨੇ ਨਾ ਉਹ ਟੱਪਣ ਲੱਗ ਪੈਂਦੀਆਂ, ਪਈਆਂ ਛੜਾ ਮਾਰਨ ਦੀਆਂ। ਅੱਛਾ। ਲਾਮ ਘੱਟ ਹੋਏਗੀ, ਉਹ ਮਈਆਂ ਲਾਮ ਪੂਰੇ ਕਰਦੀਆਂ 8 ਮਹੀਨੇ ਤੱਕ ਗੱਭਣ ਹੋਈ ਵੀ ਦੁੱਧ ਦਿੰਦੀ ਹੈ। ਤੁਸੀਂ ਇਸ ਟਾਈਮ ਹੁਣ ਟੋਟਲ ਕਿੰਨੇ ਜਾਨਵਰ ਰੱਖਣੇ ਆ ਸਾਰੇ ਡੇਰੇ ਤੇ? ਸਾਡੇ ਟੋਟਲ ਤਕਰੀਬਨ ਮੇਰੇ ਹਿਸਾਬ ਨਾਲ ਗਾਈਆਂ ਮਈਆਂ ਛੋਟੇ ਵੱਡੇ ਕੋ 35 ਕੁ ਡੰਗਰ। 35 ਕੁ? ਹਾਂਜੀ। ਤੇ ਇਹ ਚੋਂ ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਕਿੰਨੀਆਂ? ਇਹਦੇ ਵਿੱਚ ਤਕਰੀਬਨ ਸਾਡੀਆਂ ਤੇ ਸਾਰੀਆਂ ਪਈਆਂ ਦਿੰਦੀਆਂ ਜੀ। ਮਾਸ਼ਾਅੱਲਾ। ਹਾਂਜੀ ਅਲਹਮਦੁਲਿਲਾ। ਟੋਟਲ ਕਿੰਨੇ ਮਤਲਬ ਜਾਨਵਰ ਦੁੱਧ ਵਿੱਚ ਇਹ ਵੇ ਨਾ ਕਿ ਜਿਹੜਾ ਇਹ ਕਟੀਆਂ ਕਟੇ ਨੇ ਜਿਹੜੇ ਸਾਡੇ ਮਤਲਬ ਵੱਛੀਆਂ ਨੇ, ਇਹ ਨਹੀਂ ਉਂਝ ਨਹੀਂ ਇਹਨਾਂ ਨੂੰ ਕੋਈ ਚਾਰਾ ਚੂਰਾ ਪਾਉਂਦੇ ਆ ਵੀ ਅੱਗੂ ਸੌਰ ਸਾਰ ਜਾਂਦੀਆਂ ਜਿਹੜੀਆਂ ਗੱਭਣਾ ਹੋ ਜਾਂਦੀਆਂ। ਤੇ ਜਿਹੜੀਆਂ ਮਈਆਂ ਇਹ 4-5 ਮਹੀਨੇ 6 ਮਹੀਨੇ ਤੱਕ ਡੰਗਰ ਮਿਲਦਾ ਰਹੇ, ਜਿਹੜੀ ਦੁੱਧ ਦਿੰਦਾ ਰਹੇ 5-6 ਕਿਲੋ, ਤੇ ਅਸੀਂ ਉਹਨੂੰ ਚੋਈ ਜਾਂਦੇ। ਸਹੀ ਹੈ। ਕੋਈ 20 ਜਾਨਵਰ ਦੁੱਧ ਦੇ ਰਹੇ ਨੇ? ਹਾਂਜੀ ਇੰਨੇ ਕੁ ਮਾਸ਼ਾਅੱਲਾ ਦੇ ਰਹੇ। ਕੀ ਉਹਨਾਂ ਦੀ ਤੁਸੀਂ ਅੱਜ ਕੱਲ ਹਾਤਰ ਕਰ ਰਹੇ ਹੋ? ਉਹਨਾਂ ਨੂੰ ਇਹ ਜੇ ਭਾਜੀ ਅਸੀਂ ਪੱਠੇ ਪਾਉਂਦੇ ਜੀ। ਕਿਹੜੇ ਕਿਹੜੇ ਪੱਠੇ ਵਿੱਚ ਕਮਾਦ ਪਾਈ ਦਾ ਜੇ, ਸਟਾਲਾ ਪਾਈ ਦਾ ਜੇ, ਕਣਕ ਪਾਈ ਦੀ ਜੇ, ਤੂੜੀ ਜਾਨੀ ਅਸੀਂ ਕੋਈ ਚੌਥਾ ਹਿੱਸਾ ਵਿੱਚ ਪਾ ਲੈਂਦੇ ਆ। ਪਰਾਲੀ ਵਿੱਚ ਇਸ ਵਾਸਤੇ ਪਾਉਂਦੇ ਆ ਕਿ ਡੰਗਰ ਜਿਹੜੀ ਤੰਦਰੁਸਤ ਰਵੇ। ਇਸ ਤਰ੍ਹਾਂ ਪਤਲਾ ਗੋਇਆ ਕਰ ਜਾਂਦਾ, ਪਤਾ ਗੋਇਆ ਪਤਲਾ ਕਰ ਜਾਂਦਾ ਕਿ ਉਹ ਫਿਰ ਡੰਗਰ ਲਿੱਸਾ ਹੋ ਜਾਂਦਾ, ਉਹ ਦੁੱਧ ਦੀ ਉਹਦੀ ਮਕਦਾਰ ਵੀ ਜਿਹੜੀ ਉਹ ਵੀ ਉਹਦੀ ਘਟ ਜਾਂਦੀ ਹੈ। ਅੱਛਾ। ਤੇ ਪਰਾਲੀ ਨਾਲ ਨਹੀਂ ਕੱਟ ਨਹੀਂ, ਪਰਾਲੀ ਆ ਜਿਹੜੇ ਪਿਛਲੇ 2 ਮਹੀਨੇ ਨੇ ਨਾ ਸਿਆਲ ਦੇ ਸਰਦੀ ਦੇ ਵਿੱਚ ਇਹ ਅਸੀਂ ਲਾਜ਼ਮੀ ਪਾਉਂਦੇ ਆ। ਤੂੜੀ ਲੱਭੇ ਪਰਾਲੀ ਪਵੇ, ਪਾਣੀ ਤੇ ਤੂੜੀ ਚਾਹੀਦੀ ਹੈ। ਪਰਾਲੀ ਦੇ ਏਡਾ ਪੱਠਾ ਖਾਜ ਕੋਈ ਨਹੀਂ। ਤੇ ਹਰਾ ਚਾਰਾ ਹੈ? ਹਰਾ ਚਾਰਾ? ਹਰਾ ਚਾਰਾ ਤੁਸੀਂ ਪਾਓ, ਬਰਸੀਨ ਦਾ ਸਟਾਲਾ ਕਣਕ ਪਾਓ, ਤੁਹਾਡੇ ਕੋਲ ਜਿਹੜਾ ਵੀ ਵਿੱਚ ਕਮਾਦ ਪਾ ਲਓ, ਵੰਡਾ ਤੁਸੀਂ ਪਾਓ 4 ਕਿਲੋ 5 ਕਿਲੋ ਮੈਂ ਨੂੰ, ਜਿਹੜਾ ਤੁਹਾਨੂੰ ਪਿਆਉਣ ਦਾ ਖਲ ਬੜੀ ਮਹਿੰਗੀ, ਉਹ 'ਚ ਪਾਣੀ ਚਾਹੀਦੀ ਹੈ ਡੰਗਰ ਨੂੰ। ਤੁਸੀਂ ਨਾ ਪਾਓਗੇ ਤੇ ਅਗਲੇ ਮਹੀਨੇ ਉਹਦੀ ਦੁੱਧ ਜਿਹੜਾ ਹੈ ਨਾ ਉਹ ਮੈਂ ਆਂਦਾ ਨਾ ਟੁਰੀ ਨਹੀਂ ਦੁੱਧ। ਉਹ ਇਹ ਹੀ ਹੁੰਦੀ ਹੈ ਕਿ ਅਸੀਂ ਚੌਖਰ ਪਾਪਾ ਉਹਨੂੰ ਉਹਨਾਂ ਬੇੜਾ ਗਰ ਘਰ ਛੱਡਨੇ ਟੀਕੇ ਲਾ ਕੇ, ਤੇ ਅਗਲੇ ਮਹੀਨੇ ਉਹ ਦੁੱਧ ਤੇ ਫਿਰ ਨਹੀਂ ਆਉਂਦੀ। ਅੱਜ ਕੱਲ ਅਗਲੇ ਸਾਲ ਤੋਂ ਜਦੋਂ ਅਗਲਾ ਸੁਭਾਅ ਉਹਦਾ ਹੋਏਗਾ। ਅੱਜ ਕੱਲ ਕੀ ਜਾਨਵਰ ਕੀ ਖਰਚਾ ਕਰਾ ਰਿਹਾ? ਖਰਚਾ ਭਾਜੀ ਅੱਜ ਕੱਲ ਤਾਂ ਸਮਝੋ ਕਿ ਬਰਾਬਰ ਹੁੰਦਾ ਪਿਆ, ਕਿਉਂਕਿ ਚੌਖਰ ਖਲ ਮਹਿੰਗੀ ਹੈ। ਅੱਗੂ ਪੱਠੇ ਤੇ ਆਰਾਮ ਹੀ ਆਂਦੇ, ਪੱਠੇ ਜਰਾ ਅੱਗੂ ਹੋ ਜਾਂਦੇ ਸਾਡੇ ਤੇ, ਚਲੋ ਫਿਰ ਅੱਗੂ ਸਾਰਾ ਬਚਤ ਦੇ ਵਿੱਚ ਕੋਈ ਗੱਲ ਆਈ ਹੈ। ਸਾਰੀਆਂ ਗੱਲਾਂ ਪਾ ਲਈਏ, ਕੱਟੀ ਕਟਾ ਵੀ, ਔਰ ਜਦੋਂ ਦਿਨ ਚੰਗੇ ਹੁੰਦੇ ਨੇ ਉਹ ਵੀ ਪਾ ਲਈਏ। ਓਵਰਆਲ ਕੰਮ कैसा है? ਮਾਨਾ ਅਲਹਮਦੁਲਿਲਾ ਠੀਕ ਹੈ। ਕੰਮ ਅੱਛਾ ਹੈ? ਹਾਂਜੀ ਕੰਮ ਅੱਛਾ। ਨਵੇਂ ਬੰਦੇ ਨੂੰ ਕਰ ਸਕਦੇ ਉਹਨਾਂ ਦਾ ਘਰ ਦਾ ਸਰਕਟ ਚੱਲੇਗਾ? ਹਾਂਜੀ ਚੱਲੇਗਾ ਉਹਦਾ। ਨਵੇਂ ਬੰਦੇ ਨੇ ਅਗਰ ਕੰਮ ਸ਼ੁਰੂ ਕਰਨਾ ਹੈ ਤਾਂ ਉਹਨੂੰ ਕੀ ਸਕੀਮ ਬਣਾ ਕੇ ਦਿੰਦੇ ਹੋ ਕਿ ਕਿੰਨੇ ਜਾਨਵਰ ਤੋਂ ਸ਼ੁਰੂ ਕਰੇ, ਕਿੰਨੀਆਂ ਮੱਝਾਂ ਰੱਖੇ ਤੇ ਕਿੰਨੀਆਂ ਗਾਈਆਂ ਰੱਖੇ? ਉਹ ਇਹ ਹੀ ਕੋ ਪਹਿਲਾਂ ਜੇ ਤੇ ਕੋਈ ਬੰਦਾ ਕੋਈ ਠੀਕ ਠਾਕ ਹੋ ਤਗੜਾ, ਕੁਝ ਸਰਮਾਏਦਾਰ ਹੈ ਥੋੜਾ ਬਹੁਤਾ, ਉਹਦੇ ਕੋਲ ਮਈਆਂ ਦੀ ਜਿਹੜੀ ਲੈਣ ਦੀ ਉਹਦੀ ਕੋਈ ਹੈ, ਕੋਈ 4 ਮਈਆਂ ਲੈ ਲੇ, ਕੋਈ ਇੱਕ ਵਿੱਚ ਗਾਂ ਲੈ ਲੇ, ਤੇ ਆਸਤਾ ਆਸਤਾ ਉਸ ਕੰਮ ਨੂੰ ਟੋਰੇ। ਯਾਨੀ ਸ਼ੁਰੂ ਤੋਂ 5 ਤੋਂ ਸ਼ੁਰੂ ਕਰੇ? ਹਾਂਜੀ। ਇੱਕ ਮੱਝ ਤੇ ਕੀ ਕਰਨਾ, ਇੱਕ ਮੱਝ ਤੁਸੀਂ ਲਵੋਗੇ ਤੁਹਾਡਾ ਮਾਸ਼ਾਅੱਲਾ ਫੈਮਿਲੀ, ਉਹ ਤਾਂ ਤੁਸੀਂ ਉਹਦੇ ਵਿੱਚ ਦੁੱਧ ਪੂਰਾ ਕਰੋਗੇ ਨਾ। ਅੱਛਾ। ਇੱਕ ਜਾਨਵਰ ਕਿੰਨਾ ਕੀ ਬਚਤ ਕਰ ਦਿੰਦਾ ਰੋਜ਼ਾਨਾ ਦੀ? ਇੱਕ ਜਾਨਵਰ ਇਹ ਹੀ ਬਚਤ ਜੋ 10 ਕਿਲੋ ਦੁੱਧ ਦਿੰਦਾ ਹੈ, ਤੋ ਤੁਹਾਨੂੰ ਸਮਝੋ ਕਿ ਅੱਜ ਕੱਲ ਅੱਧੇ ਖਾ ਛੜੇਗਾ, ਅੱਧੇ ਤੁਹਾਨੂੰ ਬਚਣ ਦੇ। ਅੱਛਾ। ਤੇ ਕੰਜ ਝੂਟੀਆਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਤਾਜ਼ੀਆਂ ਸੂਈਆਂ?
ਤਾਜ਼ੀਆਂ ਤੋਂ ਸ਼ੁਰੂ ਕਰੋ। ਕੰਜ ਵੀ ਪਾਲ ਲਈ ਤੇ ਉਹ ਵੀ ਸਹੀ ਵਿੱਚ। ਕੰਜ ਮਸਲ ਐਵੇਂ ਨਾ ਤੁਹਾਡੇ ਵਸੈਲ ਹੈ ਨੇ, ਤੁਹਾਡਾ ਮਸਲ ਰਕਬਾ ਪੈਲੀ ਹੈ ਤੁਹਾਡੇ ਕੋਲ, ਤੁਸੀਂ ਉਹਨੂੰ ਘਾਹ ਸ਼ਾ ਮਸਲ ਤੁਹਾਨੂੰ ਲੱਭਦਾ, ਪੱਠਾ ਉਹਨੂੰ ਖੁੱਲਾ ਲੱਭਦਾ, ਤੁਹਾਡੇ ਕੋਲ ਤੂੜੀ ਪਰਾਲੀ ਖੁੱਲੀ ਹੁੰਦੀ ਹੈ, ਤੇ ਉਹਨਾਂ ਮਈਆਂ ਵਿੱਚ ਵੀ ਇਹ ਫਾਇਦਾ ਹੁੰਦਾ ਕਿ ਤੁਸੀਂ ਕੰਜ ਝੋਟੀਆਂ ਲੈ ਲੈਂਦੇ ਹੋ ਕੱਲ ਨੂੰ, ਤੇ ਵਿੱਚ ਕੋਈ ਝੋਟਾ ਵਿੱਚ ਹੁੰਦਾ ਤੇ ਉਹ ਤੁਹਾਡਾ ਸਮਝੋ ਕਿ ਮੁਫਤਾ ਮਾਲ ਬਣ ਜਾਂਦਾ। ਇਹ ਜਿਹੜਾ ਹੁੰਦਾ ਇਹ ਤੁਸੀਂ ਸ਼ੁਰੂ ਕਰੋਗੇ, ਇਹ ਤਾਂ ਜ਼ਾਰੀ ਗੱਲ ਕੋਈ ਸੱਜਰੀ ਮੈਚ ਚੰਗੀ ਲਵੋਗੇ ਉਹ ਤੁਹਾਨੂੰ 2-2.5 ਲੱਖ ਤੋਂ ਥੱਲੇ ਨਹੀਂ ਲੱਭਣੀ, ਜਿਹੜੀ ਦੁੱਧ 10 ਕਿਲੋ ਦਿੰਦੀ ਹੈ ਸਿੱਧੀ ਪੱਧਰੀ ਜਿਹਨੂੰ ਝੋਟੀ ਤੁਸੀਂ ਆਖੋਗੇ। ਠੀਕ ਹੈ, ਹਾਂਜੀ ਸਹੀ ਹੈ। ਤੇ ਜਿਹੜੀਆਂ 10 ਕਿਲੋ ਤੋਂ ਥੱਲੇ ਦਿੰਦੀਆਂ ਨੇ ਉਹ ਨੁਕਸਾਨ ਕਰਨਗੀਆਂ? ਉਹ 10 ਕਿਲੋ ਤੋਂ ਜਿਹੜੀ ਥੱਲੇ ਮੈਂ ਦੇਣੀ ਹੈ ਉਹ ਲਈ ਦੀ ਵੀ ਨਹੀਂ, ਉਹ ਘੱਟ ਨਵਾਂ ਵਾਲੀ ਬੰਦਾ ਨਾ ਲਵੇ, ਉਹ ਨਹੀਂ ਲੈਣੀ ਚਾਹੀਦੀ। ਉਹ ਜੇ ਸਸਤਾ ਹੋਏਗਾ ਉਹ ਭਾਜੀ ਮਸਲਨ ਵੇਖੋ ਨਾ, ਉਹਨੇ 10 ਕਿਲੋ ਦੁੱਧ ਦਿੰਦੀ ਹੈ ਮੱਝ, ਕਈ 12 ਕਿਲੋ 13 ਕਿਲੋ 14 ਕਿਲੋ ਵੀ ਮੱਝ ਆਪਣੀ ਸਾਂਭ ਦੇ ਸਿਰ ਤੇ ਲੈਣਾ ਹੁੰਦਾ ਮਾਲਕ ਨੇ, ਤੇ ਜਿਹੜੀ 10 ਕਿਲੋਆਂ ਤੋਂ ਥੱਲੇ ਦੇਗੀ ਦੁੱਧ ਉਹਦਾ ਇਹ ਹੋਣਾ ਕਿ ਉਹਦੇ 'ਚ ਬੱਚਤ ਕੋਈ ਨਹੀਂ ਹੋਣੀ, ਉਹ ਮੱਝ ਹੀ ਖਾਈਏਗੀ। ਤੇ ਕਿਹੜੀ ਮੱਝ ਦੀ ਜ਼ਿਆਦਾ ਲਾਮ ਜੇ, ਕਿਹੜੀ ਨਸਲ ਦੀ? ਉਹ ਸਾਡੇ ਬਜ਼ੁਰਗ ਤੁਹਾਨੂੰ ਦੱਸਦੇ ਨੇ ਬਚਾਚੋ ਮੀਆਂ ਚੰਨੋ। ਮੀਆਂ ਚੰਨੋ ਦੀ, ਤੁਸੀਂ ਲੁੱਡਣ ਦੀ, ਬੂਰੇ ਦੀ, ਮੈਂ ਕੋਈ ਵੀ ਲੈ ਲੋਗੇ ਨਾ ਠੀਕ ਹੈ, ਵੇਖ ਕੇ, ਤੇ ਉਹ ਅੱਲਾ ਦੇ ਹੁਕਮ ਦੇ ਨਾਲ ਉਹ ਮੱਝ ਚੰਗੀ ਰਹੇਗੀ, ਦੁੱਧ ਵੀ ਚੰਗਾ ਦੇਵੇਗੀ, ਤੇ ਉਹਦੇ ਵਿੱਚ ਇਹ ਵੇ ਕਿ ਲਾਮ ਵੀ ਉਹ ਜ਼ਿਆਦਾ ਕਰੇਗੀ, ਮਿੱਠੀ ਹੋਏਗੀ ਮੱਝ। ਠੀਕ ਹੈ। ਅੱਛਾ ਭਾਜਨ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸਜਾਦ, ਸਜਾਦ ਭਾਈ ਹੈ, ਕਿਹੜਾ ਸਜਾਦ ਝਮਟ ਇਹ ਮਿਆਣੀ। ਅੱਛਾ, ਮਾਸ਼ਾਅੱਲਾ। ਸਜਾਦ ਭਾਈ, ਆਖਰੀ ਗੱਲ ਦੇ ਤੌਰ ਤੇ ਕੀ ਮਸ਼ਵਰਾ ਦਵੋਗੇ ਨਵੇਂ ਦੋਸਤਾਂ ਨੂੰ ਕਿ ਉਹ ਜਿਹੜੇ ਇਸ ਕੰਮ ਚ ਆਉਣਾ ਚਾਹੁੰਦੇ ਨੇ, ਤੇ ਵੀ ਇਸ ਗੱਲ ਦਾ ਖਿਆਲ ਰੱਖਿਓ ਜੇਕਰ ਇਸ ਕੰਮ ਚ ਆਉਣਾ ਜੇ ਤੇ ਫਿਰ ਤੁਹਾਨੂੰ ਨਫਾ ਹੋਣਾ ਹੈ, ਅਗਰ ਤੁਸੀਂ ਇਹਦਾ ਭੁਲੇਖਾ ਖਾ ਗਏ ਤੁਹਾਨੂੰ ਘਾਟਾ ਪਏਗਾ। ਕੋਈ ਖਾਸ ਮਸ਼ਵਰਾ ਆਪਣੀ ਤਰਫੋਂ ਜਿਹੜਾ ਅਸੀਂ ਨਹੀਂ ਪੁੱਛਿਆ? ਉਹ ਇਹ ਹੀ ਹੈ ਕਿ ਤੁਸੀਂ ਜਿਹੜਾ ਡੰਗਰ ਤੁਸੀਂ ਰੱਖਦੇ ਹੋ, ਲੈਂਦੇ ਹੋ, ਤੁਸੀਂ ਰੱਖਦੇ ਹੋ, ਉਹਦੀ ਸੇਵਾ ਕਰੋ। ਇਹ ਕੰਮ ਮਾੜਾ ਨਹੀਂ, ਕੰਮ ਚੰਗਾ, ਤੁਸੀਂ ਵਧਾ ਕੇ ਕੰਮ ਕਰੋ। ਇਹ ਵੇ ਕਿ ਤੁਹਾਡਾ ਜੇ ਉਹਨਾਂ ਬੰਦਿਆਂ ਵਾਸਤੇ ਜ਼ਿਆਦਾ ਬਿਹਤਰ ਹੈ ਜਿਨ੍ਹਾਂ ਦੀ ਮਤਲਬ ਪੈਲੀ ਆਪਣੀ, ਪੱਠਾ ਦਿੱਤਾ ਘਰ ਦਾ ਹੁੰਦਾ ਹੈ। ਪਹਿਲੀ ਗੱਲ ਹੈ ਪੱਠਾ ਛੱਟੇ ਬਾਅਦ ਜਿਹੜੇ ਮੁੱਲ ਦੀ ਹਰ ਸ਼ੈ ਲੈ ਕੇ ਪਾਣੀ ਹੈ, ਉਹਦੇ ਵਾਸਤੇ ਤੇ ਇਹ ਕੰਮ ਜਿਹੜਾ ਨਾ ਇਹ ਔਖਾ ਹੋ ਜਾਣਾ, ਕਿਉਂਕਿ ਪੈਲੀ ਠੇਕੇ ਤੇ ਕੋਈ ਲਵੇਗਾ 60,000 70,000 ਤੋਂ ਕਿੱਲਾ ਲਵੇਗਾ, ਫਿਰ ਪੱਠੇ ਵੀ ਮੁੱਲ ਦੇ ਹੋ ਗਏ, ਫਿਰ ਵੰਡਾ ਵੀ ਮੁੱਲ ਦਾ ਹੋ ਗਿਆ, ਉਹਦੇ ਵਿੱਚ ਉਹਦਾ ਜਿਹੜਾ ਨਾ ਗੁਜ਼ਾਰਾ ਕਰਨਾ ਉਹ ਬੜਾ ਔਖਾ ਹੋਣਾ। ਤੇ ਜਿਸ ਬੰਦੇ ਵਾਸਤੇ ਜੇ ਪੈਲੀ ਡੰਡਾ ਜਿਹੜਾ ਉਹ ਬੰਦਾ ਇਹ ਜਿਹਦੀ ਰਕਬਾ ਜਿਹਦਾ ਠੀਕ ਹੈ, ਉਹ ਭਾਵੇਂ ਜ਼ਿਆਦਾ ਵੀ ਮਈਆਂ ਰੱਖੇ ਤੇ ਉਹਦੇ ਰਾਈ ਦੇ ਨਾਲ ਦਾ ਉਹਦੇ ਵਾਸਤੇ ਕੰਮ ਕੋਈ ਨਹੀਂ, ਕਿਉਂਕਿ ਉਹਦਾ ਖਰਚਾ ਨਹੀਂ ਨਾ। ਜ਼ਿੰਦਾਬਾਦ। ਹਾਂਜੀ, ਬਹੁਤ ਸ਼ੁਕਰੀਆ ਭਾਈ, ਤੁਸੀਂ ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਅਸਲਾਮ ਵਾਲੇਕੁਮ।